ਸਨਮਾਨਯੋਗ ਗੁਰੂ ਪਿਆਰਿਓ, ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਮਿਸ਼ਨ ਕਾਲਜ ਵੱਲੋਂ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਭਾਈ ਮੱਖਣ ਸ਼ਾਹ, ਜਿਨ੍ਹਾਂ ਨੂੰ ਆਮ ਤੌਰ ਤੇ ਲਵਾਣਾ ਨਾਲ ਲਾਇਆ ਜਾਂਦਾ ਹੈ, ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰਾਂ ਲਈ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਹਾਜ਼ਰੀ ਭਰ ਰਹੇ ਹਨ। ਭਾਈ ਮੱਖਣ ਸ਼ਾਹ ਜੀ ਦਾ ਜੀਵਨ ਵੀ ਬਹੁਤ ਕਮਾਲ ਦਾ ਹੈ, ਜਿਨ੍ਹਾਂ ਨੂੰ ਅਸੀਂ ਸਿਰਫ ਗੁਰਲਾਧੋ ਦੇ ਨਾਂ ਦੇ ਨਾਲ ਹੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਇੰਨੀ ਗੱਲ ਕਹੀ, ਬਾਕੀ ਹਿਸਟਰੀ ਇਤਿਹਾਸ ਸਾਨੂੰ ਪਤਾ ਨਹੀਂ ਹੈ। ਕਿੰਨੇ ਵੱਡੇ ਵਪਾਰੀ ਸਨ, ਕਿੰਨਾ ਦੌਲਤ ਹੁੰਦਿਆਂ ਸਮੁੰਦਰੀ ਬੇੜੇ ਉਹਨਾਂ ਦੇ ਆਪਣੇ, ਕਿੰਨਾ ਕੁਛ ਉਹਨਾਂ ਦੇ ਕੋਲ ਸੀ, ਪਰ ਗੁਰੂ ਦੇ ਨਾਲ ਪ੍ਰੀਤ ਜਿਹੜੀ ਸੀ ਉਹ ਕਮਾਲ ਦੀ ਸੀ। ਇੱਥੋਂ ਇੱਕ ਗੱਲ ਤਾਂ ਸਮਝ ਆਉਂਦੀ ਹੈ ਭਾਈ ਮੱਖਣ ਸ਼ਾਹ ਦੀ ਜੀਵਨੀ ਤੋਂ, ਵੀ ਸਿੱਖ ਦੀ ਹਮੇਸ਼ਾ ਹੀ ਪ੍ਰੀਤ ਗੁਰੂ ਨਾਲ ਰਹਿਣੀ ਚਾਹੀਦੀ ਹੈ। ਪੈਸਾ ਦੌਲਤ ਘੱਟ ਹੋਵੇ, ਵੱਧ ਹੋਵੇ, ਅਮੀਰੀ ਹੋਵੇ, ਗਰੀਬੀ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਇਹ ਇੱਕ ਅਟੁੱਟ ਪ੍ਰੀਤ ਦਾ ਰਿਸ਼ਤਾ ਜੋ ਗੁਰੂ ਦੇ ਨਾਲ ਸੀ ਭਾਈ ਮੱਖਣ ਸ਼ਾਹ ਦਾ, ਅੱਜ ਅਸੀਂ ਸਰਵਣ ਕਰਾਂਗੇ। ਉਸ ਗੁਰੂ ਪਿਆਰੇ ਦਾ ਇਤਿਹਾਸ, ਇਹ ਇਤਿਹਾਸ ਸੁਣਾ ਰਹੇ ਹਨ ਵੀਰ ਤੇਜਿੰਦਰ ਸਿੰਘ ਜੀ, ਸਾਡੇ ਨਾਲ ਸਾਂਝ ਪਾ ਰਹੇ ਹਨ ਦਿੱਲੀ ਤੋਂ। ਬੇਨਤੀ ਕਰ ਰਿਹਾ ਹਾਂ ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਆਪਣਾ ਅੱਜ ਦਾ ਵਿਸ਼ਾ ਸ਼ੁਰੂ ਕਰੋ ਜੀ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਦੇ ਵਿੱਚੋਂ ਜੁੜੇ ਹੋਏ ਵੀਰ ਤੇ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਤੋਂ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਅਸੀਸ ਮੰਗਦਾ ਹਾਂ। ਆਓ ਸਿੱਖ ਇਤਿਹਾਸ ਦੇ ਇਸ ਮਹਾਨ ਗੁਰਸਿੱਖ ਦੀ ਆਪਾਂ ਜੀਵਨ ਜਿਹੜੀ ਹੈ ਕਹਾਣੀ ਉਹ ਆਪ ਜੀ ਦੇ ਨਾਲ ਸਾਂਝੀ ਕਰੀ। ਪਿਛਲੇ ਹਫਤੇ ਜਿਵੇਂ ਆਪ ਜੀ ਨੇ ਲੱਖੀ ਸ਼ਾਹ ਵਣਜਾਰੇ ਦੀ ਜੀਵਨ ਯਾਤਰਾ ਸੁਣੀ ਸੀ, ਔਰ ਕਿੰਨੇ ਉਹ ਵੱਡੇ ਵਪਾਰੀ ਸਨ, ਕਿੰਨੇ ਮਹਾਨ ਵਿਅਕਤੀ ਸਨ, ਔਰ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਦੇਹ ਸੀ ਉਸ ਨੂੰ ਆਪਣੇ ਟਾਂਡਿਆਂ ਦੇ ਵਿੱਚ, ਆਪਣੇ ਗੱਡਿਆਂ ਦੇ ਵਿੱਚ ਰੁਕਾ ਕਰਕੇ ਰਕਾਬਗੰਜ ਸਾਹਿਬ ਵਾਲੇ ਥਾਂ ਦੇ ਉੱਪਰ ਜਿੱਥੇ ਘੋੜਿਆਂ ਦੀਆਂ ਰਕਾਬਾਂ ਬਣਾਈਆਂ ਜਾਂਦੀਆਂ ਸਨ, ਉਹਨਾਂ ਦੀ ਫੈਕਟਰੀ ਸੀ ਔਰ ਉਹਨਾਂ ਦੀ ਰਿਹਾਇਸ਼ ਸੀ ਦਿੱਲੀ 'ਚ। ਉਸ ਵਿੱਚ ਅੱਗ ਲਗਾ ਕਰਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਪਵਿੱਤਰ ਦੇਹ ਸੀ ਉਸ ਦਾ ਬੜੇ ਮਾਨ ਸਨਮਾਨ ਦੇ ਨਾਲ ਸੰਸਕਾਰ ਕੀਤਾ। ਜਦੋਂ ਕਿ ਜਿਹੜੀਆਂ ਫੌਜਾਂ ਸਨ ਉਹ ਪੈਰ ਕੱਢਦੀਆਂ ਉੱਥੇ ਵੀ ਪਹੁੰਚੀਆਂ ਸਨ, ਲੇਕਿਨ ਇਹਨਾਂ ਦਾ ਦਬਦਬਾ ਇੰਨਾ ਸੀਗਾ ਰਾਜ ਸਰਕਾਰ ਵਿੱਚ ਕਿ ਉਹ ਵੇਖ ਕੇ ਕਿ ਘਰ ਨੂੰ ਅੱਗ ਲੱਗੀ ਹੈ ਤੇ ਉਹ ਜ਼ਿਆਦਾ ਕੁਝ ਖੋਜ ਨਾ ਕਰ ਸਕੇ ਤੇ ਉਹ ਵਾਪਸ ਚਲੇ ਗਏ। ਤਾਂ ਇਸ ਤਰ੍ਹਾਂ ਇਸ ਮਹਾਨ ਗੁਰਸਿੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਦੇਹ ਦਾ ਮਾਨ ਸਨਮਾਨ ਦੇ ਨਾਲ ਸੰਸਕਾਰ ਕੀਤਾ। ਤਾਂ ਇਸ ਤਰ੍ਹਾਂ ਹੀ ਇੱਕ ਜਿਹੜੇ ਭੁੱਲੇ ਵਿਸਰੇ ਜਿਹੜੇ ਇਹਨਾਂ ਦੇ ਜੀਵਨ ਹਨ, ਜਿਹੜੀ ਇਹਨਾਂ ਦੀ ਸ਼ਖਸੀਅਤ ਹੈ, ਉਸ ਬਾਰੇ ਜਿਵੇਂ ਲੱਖੀ ਸ਼ਾਹ ਵਣਜਾਰਾ ਜੀ ਬਾਰੇ ਸਾਨੂੰ ਨਹੀਂ ਸੀ ਪਤਾ, ਔਰ ਇਸ ਵੇਲੇ ਸੰਗਤਾਂ ਨੂੰ ਉਹਨਾਂ ਬਾਰੇ ਕਾਫੀ ਕੁਝ ਪਤਾ ਹੈ। ਇਸ ਤਰ੍ਹਾਂ ਹੀ ਅੱਜ ਬਾਬਾ ਮੱਖਣ ਸ਼ਾਹ ਲਵਾਣਾ ਜੀ, ਉਹਨਾਂ ਬਾਰੇ ਅਸੀਂ ਅੱਜ ਵਿਚਾਰ ਕਰਦੇ ਹਾਂ। ਤੋਂ ਸ਼ੁਰੂ 'ਚ ਹੀ ਆਪਾਂ ਇਹ ਗੱਲ ਕਰਦੇ ਹਾਂ ਕਿ ਬਾਬਾ ਮੱਖਣ ਸ਼ਾਹ ਲਵਾਣਾ ਜੀ, ਜਿਨ੍ਹਾਂ ਦਾ ਨਾਮ ਮੱਖਣ ਸ਼ਾਹ ਸੀ ਲੇਕਿਨ ਉਹਨਾਂ ਨੂੰ ਲਵਾਣਾ ਕਿਹਾ ਜਾਂਦਾ ਸੀ। ਉਹਨਾਂ ਦਾ ਜਨਮ 7 ਜੁਲਾਈ 1619 ਈਸਵੀ ਨੂੰ ਇੱਕ ਸ਼ਰਧਾਲੂ ਸਿੱਖ ਅਤੇ ਇੱਕ ਅਮੀਰ ਵਪਾਰੀ ਉਹਨਾਂ ਦੇ ਘਰ ਜਿਹੜਾ ਹੋਇਆ, ਔਰ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਆਪ ਜੀ ਜਿਹੜੇ ਹੈ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿੱਚ ਮਿਲਣ ਵਾਸਤੇ ਉੱਥੇ ਗਏ
ਤੇ ਜਿੱਥੇ 22 ਮੰਜੀਆਂ ਵਾਲੇ ਹੋਰ ਜਿਹੜੇ ਬੈਠੇ ਸਨ, ਬੇਦੀ ਔਰ ਸੋਢੀ, ਉਹਨਾਂ ਦੀ ਪਰਖ ਕਰਕੇ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਹੈ ਉਹ ਉਹਨਾਂ ਦੇ ਨਾਲ ਦਰਸ਼ਨ ਕੀਤੇ ਤੇ ਉਹਨਾਂ ਦਰਸ਼ਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉੱਥੇ ਉੱਚੀ ਚੜ੍ਹ ਕੇ ਕਿਹਾ ਕਿ ਗੁਰ ਲਾਧੋ ਰੇ, ਗੁਰ ਲਾਧੋ ਰੇ। ਤੋ ਉਹਨਾਂ ਦੇ ਜਿਹੜੇ ਇਹ ਜਿਹੜੀ ਵਾਕਿਆ ਹੈ 1665 ਈਸਵੀ ਦੀ ਹੈ। ਤੋ ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਪੱਛਮੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੀ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਹ ਇੱਕ ਬੜੀ ਅਦਭੁਤ ਔਰ ਅਜੀਬ ਗੱਲ ਹੈ ਕਿ ਸਾਨੂੰ ਆਪਣੇ ਪ੍ਰਚਾਰਕਾਂ ਬਾਰੇ ਵੀ ਨਹੀਂ ਪਤਾ। ਜਿਵੇਂ ਭਾਈ ਮਨਸੁਖ ਜੀ ਹਨ, ਜਿਵੇਂ ਭਾਈ ਲੱਖੀ ਸ਼ਾਹ ਬੰਜਾਰਾ ਜੀ ਹਨ, ਔਰ ਜਿਵੇਂ ਭਾਈ ਮੱਖਣ ਸ਼ਾਹ ਲੁਬਾਣਾ ਹਨ। ਇਹਨਾਂ ਨੇ ਧਰਮ ਪ੍ਰਚਾਰ ਵੀ ਜਿੱਥੇ ਜਿੱਥੇ ਆਪਣਾ ਵਪਾਰ ਕਰਦੇ ਸਨ ਉੱਥੇ ਧਰਮ ਦੀ ਗੱਲ ਵੀ ਕਰਦੇ ਸਨ। ਔਰ ਇਹਨਾਂ ਦਾ ਪਿਛੋਕੜ ਜਿਹੜਾ ਹੈ ਉਹ 6ਵੇਂ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਹੈ। ਉਸ ਨੂੰ ਵੀ ਅਸੀਂ ਅੱਗੇ ਜਾ ਕੇ ਦੇਖਾਂਗੇ। ਤੇ ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਧੀਰਮਲ ਦੇ ਮਸੰਦ ਸ਼ੀਹਾਂ ਨੇ ਗੋਲੀ ਚਲਾਈ ਤਾਂ ਉਸ ਵਕਤ ਵੀ ਜਿਹੜੇ ਬਾਬਾ ਮੱਖਣ ਸ਼ਾਹ ਜੀ ਸਨ ਉਹਨਾਂ ਦੇ ਨਾਲ ਸਨ ਤੇ ਉਹਨਾਂ ਨੇ ਉਹਨਾਂ ਨੂੰ ਬਕਾਇਦਾ ਧੀਰਮਲ ਤੇ ਸ਼ੀਹਾਂ ਨੂੰ ਜਿਹੜਾ ਹੈ ਉਹਨਾਂ ਨੂੰ ਚੈੱਕ ਕੀਤਾ, ਉਹਨਾਂ ਨੂੰ ਜਾ ਕਰਕੇ। ਤੋ ਇਹ ਜਿਹੜੀ ਇਨਫੋਰਮੇਸ਼ਨ ਹੈ ਬੈਕਗਰਾਉਂਡ ਵਿੱਚ ਹੈ। ਤੋ ਆਪ ਜੀ ਦਾ ਜਿਹੜਾ ਹੈ ਜਿਹੜੀ ਜਗ੍ਹਾ ਹੈ ਸਮਾਰਕ ਹੈ ਉਹ ਬਾਬਾ ਬਕਾਲਾ ਵਿੱਚ ਹੀ ਹੈ। ਆਪ ਜੀ ਦਾ ਕਿੱਤਾ ਸੀ ਸਮੁੰਦਰੀ ਜਿਹੜੇ ਵਪਾਰੀ ਸਨ ਆਪ, ਔਰ ਆਪ ਜੀ ਦਾ ਜੀਵਨ ਸਾਥੀ ਜੋ ਸਨ ਉਹ ਬੀਬੀ ਸੀਤਲ ਦੇਵੀ ਜੀ ਸਨ, ਜਿਨ੍ਹਾਂ ਨੂੰ ਸੁਲਝਾਈ ਵੀ ਕਿਹਾ ਜਾਂਦਾ ਹੈ। ਆਪ ਜੀ ਦੇ ਬੱਚੇ ਲਾਲ ਚੰਦ, ਜਵੰਦਾ ਸ਼ਾਹ, ਕੁਸ਼ਲ ਚੰਦ ਤੇ ਚੰਦੂ ਲਾਲ ਸਨ। ਭਾਈ ਮੱਖਣ ਸ਼ਾਹ ਜੀ ਦੇ ਜੋ ਮਾਤਾ ਜੀ ਸਨ ਉਹਨਾਂ ਦਾ ਨਾਮ ਭਾਈ ਦਾਸਾ ਜੀ ਔਰ ਮਾਤਾ ਜੀ ਦਾ ਨਾਮ ਵਿਜੇ ਦੇਵੀ ਸੀ। ਤੋਂ 1619 ਵਿੱਚ ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ 7 ਜੁਲਾਈ ਨੂੰ ਆਪ ਜੀ ਦਾ ਭਾਈ ਦਾਸਾ ਲੁਬਾਣਾ ਦੇ ਘਰ ਜਨਮ ਹੋਇਆ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੱਕੇ ਸ਼ਰਧਾਲੂ ਸਿੱਖ ਸਨ। ਉਹਨਾਂ ਦੇ ਜਨਮ ਸਥਾਨ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ, ਲੇਕਿਨ ਜੋ ਗਿਆਨੀ ਗਿਆਨ ਸਿੰਘ ਜੀ ਦਾ ਮੰਨਣਾ ਹੈ ਕਿ ਉਹ ਟਾਂਡਾ ਵਿੱਚ ਪੈਦਾ ਹੋਏ, ਸ਼ਾਇਦ ਕਸ਼ਮੀਰ ਵਿੱਚ। ਪਰ ਕਰਨਲ ਗੁਰਬਚਨ ਸਿੰਘ ਜੀ ਇਸ ਦਾਅਵੇ ਨੂੰ ਰੱਦ ਕਰਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਟਾਂਡਾ ਨਾਮ ਦੇ ਕਈ ਸਥਾਨ ਹਨ, ਜਿਵੇਂ ਕਿ ਰਾਜਸਥਾਨ ਵਿੱਚ ਮਨਸੂਰਾ ਟਾਂਡਾ, ਬਸਤੀ ਟਾਂਡਾ, ਸ਼ੰਕਰਪੁਰ ਟਾਂਡਾ, ਮੱਧ ਪ੍ਰਦੇਸ਼ ਵਿੱਚ ਚਿਕਵੜੀ ਟਾਂਡਾ, ਮਹਾਰਾਸ਼ਟਰ ਵਿੱਚ ਨਾਕਾ ਟਾਂਡਾ, ਅੰਨਾਪੁਰ ਵਿੱਚ ਟਾਂਡਾ, ਆਂਧਰਾ ਵਿੱਚ ਹੀਰਾ, ਕਰਨਾਟਕ ਵਿੱਚ ਗੋਂਡਾ ਟਾਂਡਾ, ਕਸ਼ਮੀਰ ਵਿੱਚ ਟਾਂਡਾ ਅਤੇ ਪੰਜਾਬ ਵਿੱਚ ਵੀ ਟਾਂਡਾ ਨਾਂ ਦੇ ਕਈ ਜਿਹੜੇ ਹਨ ਪਿੰਡ ਹਨ। ਯੂਪੀ ਦੇ ਵਿੱਚ ਵੀ ਟਾਂਡਾ ਨਾਂ ਦੇ ਜਿਹੜੇ ਹਨ ਉਹ ਪਿੰਡ ਹਨ। ਵਿਦਵਾਨਾਂ ਨੂੰ ਜਿਨ੍ਹਾਂ ਵਿੱਚੋਂ ਮੈਕਸ ਆਰਥਰ ਮੈਕਾਲਫ, GS ਛਾਬੜਾ, ਸੁੱਖਾ ਸਿੰਘ ਦਾ ਮੰਨਣਾ ਹੈ ਕਿ ਉਹ ਗੁਜਰਾਤ ਦੇ ਕਾਠੀਆਵਾੜ ਦੇ ਰਹਿਣ ਵਾਲੇ ਸਨ। ਮੱਖਣ ਸ਼ਾਹ ਦੇ ਪਿਛੋਕੜ ਬਾਰੇ ਅਟਵਈਆਂ ਦੀ ਟਿੱਪਣੀ ਹੇਠ ਲਿਖੇ ਅਨੁਸਾਰ ਹੈ। ਮੱਖਣ ਸ਼ਾਹ ਭਾਈ ਦਾਸਾ ਦਾ ਪੁੱਤਰ, ਵਿਨय ਦਾ ਪੋਤਾ, ਬਹਿਰੂ ਦਾ ਪੋਤਾ। तो आप जी ਜਿਹੜੇ ਸੰਸਕ੍ਰਿਤ, ਫਾਰਸੀ, ਅਰਬੀ ਅਤੇ ਹੋਰ ਭਾਸ਼ਾਵਾਂ ਦੇ ਗਿਆਤਾ ਸਨ। ਆਪ ਜੀ ਦੀ ਮਾਤ ਭਾਸ਼ਾ ਜਿਹੜੀ ਹੈ ਜੋ ਮਦਰਸ ਟੰਗ ਸੀ ਉਹ ਲੰਬਕੀ ਸੀ। ਮੱਖਣ ਸ਼ਾਹ ਜੀ ਦਾ ਵਿਆਹ ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਮਾਤਾ ਸੀਤਲ ਦੇਵੀ ਜੀ ਦੇ ਨਾਲ ਹੋਇਆ ਔਰ ਰਾਜਪੂਤੀ ਰੀਤਾਂ ਰਿਵਾਜਾਂ ਅਨੁਸਾਰ ਹੋਇਆ ਸੀ। ਉਹ ਨਾਇਕ ਪੁਰਸ਼ੋਤਮ ਦਾਸ ਦੀ ਧੀ ਸੀ ਜੋ ਨਾਇਕ ਰਾਜਪੂਤਾਂ ਦੀ ਸੈਂਡਲਾਸ ਜਾਤੀ ਨਾਲ ਸੰਬੰਧਿਤ ਸੀ। ਔਰ ਇਹ ਮੰਨਿਆ ਜਾਂਦਾ ਹੈ ਕਿ ਮੱਖਣ ਸ਼ਾਹ ਜੀ ਦਾ ਜੋ ਬੇਟਾ ਲਾਲ ਦਾਸ ਸੀ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ ਤੇ ਉਸ ਦਾ ਨਾਮ ਨਾਇਕ ਜਵਾਹਰ ਸਿੰਘ ਰੱਖਿਆ ਗਿਆ ਸੀ ਜੋ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ। ਭਾਈ ਲੱਖੀ ਸ਼ਾਹ ਬੰਜਾਰਾ, ਭਾਈ ਮੱਖਣ ਸ਼ਾਹ ਲੁਬਾਣਾ ਨਾਲ ਪਰਿਵਾਰਕ ਅਤੇ ਵਪਾਰਕ ਸੰਬੰਧ ਸਨ। ਜੋ ਇੱਕ ਅੰਤਰਰਾਸ਼ਟਰੀ ਵਪਾਰੀ ਸੀ ਅਤੇ ਪੂਰੀ ਦੁਨੀਆ ਦੀ ਯਾਤਰਾ ਕਰਦਾ ਸੀ। ਉਸ ਕੋਲ ਜਹਾਜ਼ ਦਾ ਬੇੜਾ ਸੀ ਅਤੇ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਕੰਮ ਕਰ ਰਿਹਾ ਸੀ।
ਭਾਈ ਲੱਖੀ ਸ਼ਾਹ ਬੰਜਾਰਾ ਜੋ ਦਿੱਲੀ ਵਿੱਚ ਸਥਿਤ ਸਨ, ਭਾਈ ਮੱਖਣ ਸ਼ਾਹ ਲੁਬਾਣਾ ਦੇ ਦਿੱਲੀ ਵਿਖੇ ਵਪਾਰਕ ਗਤੀਵਿਧੀਆਂ ਦਾ ਤਾਲਮੇਲ ਕਰਨ ਲਈ ਉਸ ਨੂੰ ਵਰਤਦੇ ਸਨ ਜਗ੍ਹਾ। ਬਾਬਾ ਹਰਨਾਮ ਸਿੰਘ ਜੀ ਅਤੇ ਦੀਵਾਨ ਸਿੰਘ ਮਹਿਰਮ ਦੁਆਰਾ ਲਿਖੀ ਕਿਤਾਬ ਵਿੱਚ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਜੋ 1940 ਵਿੱਚ ਛਪੀ ਪੰਨਾ 27 ਵਿੱਚ ਇਸ ਦਾ ਹਵਾਲਾ ਜਿਹੜਾ ਹੈ ਉਹ ਮਿਲਦਾ ਹੈ। ਪੇਸ਼ੇ ਵਜੋਂ ਆਪ ਜੀ ਵਪਾਰੀ ਤੇ ਆਪਣੇ ਪੁਸ਼ਤਾਨੀ ਕਿੱਤੇ ਨੂੰ ਜਾਰੀ ਰੱਖਿਆ। ਮੱਖਣ ਸ਼ਾਹ ਜੀ ਇੱਕ ਵਪਾਰੀ ਸਨ ਜੋ ਜ਼ਮੀਨ ਅਤੇ ਸਮੁੰਦਰ ਰਾਹੀਂ ਕੀਮਤੀ ਵਪਾਰ ਲਿਆਉਂਦੇ ਸਨ ਅਤੇ ਇਸ ਨੂੰ ਭਾਰਤ ਵਿੱਚ ਗੁਜਰਾਤ, ਪੰਜਾਬ ਦੇ ਕੁਝ ਹਿੱਸਿਆਂ ਵਿੱਚ ਔਰ ਮੈਡੀਟੇਰੀਅਨ ਤੱਕ ਵਿਦੇਸ਼ਾਂ ਵਿੱਚ ਵੇਚਦੇ ਸਨ। ਉਹ ਮਸਾਲੇ, ਬੰਗਾਲੀ ਰੇਸ਼ਮ, ਕਸ਼ਮੀਰੀ ਸ਼ਾਲਾਂ ਦਾ ਵਪਾਰ ਕਰਦੇ ਸਨ। ਭਾਰਤ ਵਿੱਚ ਉਹ ਊਠ, ਬਲਦ ਅਤੇ ਘੋੜੇ ਵਰਤਦੇ ਸਨ। ਅਕਸਰ ਗੱਡੀਆਂ ਜਿਹੜੀਆਂ ਹਨ ਉਹ ਬੈਲ ਗੱਡੀਆਂ ਜਿਹੜੇ ਹਨ ਉਹ ਵੀ ਵਰਤਦੇ ਸਨ। ਉਹ ਮਿਸਰ ਤੋਂ ਪਰੇ ਅਤੇ ਪੁਰਤਗਾਲ ਤੱਕ ਵਪਾਰ ਕਰਦੇ ਹੋਏ ਆਪਣੇ ਮਾਲ ਨੂੰ ਉਹ ਮੱਧ ਸਾਗਰ ਨੂੰ ਤੱਕਨ ਵੀ ਚਲੇ ਜਾਂਦੇ ਸਨ ਵਪਾਰ ਕਰਦੇ ਕਰਦੇ। ਤਾਂ ਆਓ ਇਸ ਦੇ ਨਾਲ ਹੀ ਆਪਾਂ ਥੋੜੀ ਜਿਹੀ ਹੋਰ ਜਾਣਕਾਰੀ ਲੈਣੇ ਆ ਕਿ ਜਿਹੜੀ ਖੋਜ ਦੀ ਸਾਖੀ ਜਿਹੜੀ ਹੈ ਉਹ ਕੁਝ ਦੱਸੀ ਜਾਂਦੀ ਹੈ ਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ ਜਿਸ ਵੇਲੇ ਦਿੱਲੀ 'ਚ ਉਹ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ ਤੇ ਉਹਨਾਂ ਨੇ ਜਾਣ ਲੱਗਿਆ ਇਹ ਕਿਹਾ ਕਿ ਬਾਬਾ ਬਸੇ ਗ੍ਰਾਮ ਬਕਾਲਾ। ਤਾਂ ਉੱਥੋਂ ਹੋਰ ਵੀ ਜਿਹੜੇ ਸਿੱਖ ਸਨ ਉਹ ਉੱਥੇ ਬਾਬਾ ਬਕਾਲਾ ਜਿਹੜੀ ਜਗ੍ਹਾ ਹੈ ਉੱਥੇ ਜਾ ਕਰਕੇ ਉਹਨਾਂ ਨੂੰ ਜਿਹੜੇ ਪਹੁੰਚੇ ਕਿ ਬਾਬਾ ਅੱਗੋਂ ਜਿਹੜੇ ਨੈਕਸਟ ਗੁਰੂ ਹਨ, 9ਵੇਂ ਗੁਰੂ, ਉਹ ਬਕਾਲੇ ਵਿੱਚ ਹਨ। ਤੇ ਇਹ ਭਾਈ ਮੱਖਣ ਸ਼ਾਹ ਜੀ ਗੁਰਸਿੱਖ ਸਨ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ ਕਿ ਉਹਨਾਂ ਨੇ ਇੱਕ ਅਜਿਹੇ ਗੁਰਸਿੱਖ ਸਨ ਜਿਨ੍ਹਾਂ ਨੂੰ ਗੁਰੂ ਤੇ ਪੂਰਾ ਭਰੋਸਾ ਸੀ ਅਤੇ ਉਹਨਾਂ ਨੇ ਪੂਰਾ ਭਰੋਸਾ ਦਿਖਾਇਆ। ਧੀਰਜਵਾਨ, ਬੁੱਧੀਮਾਨ ਅਤੇ ਹੋਂਦ ਵਾਲੇ ਪਰਮਾਤਮਾ ਵਿੱਚ ਡੂੰਘਾ ਜਿਹੜਾ ਹੈ ਉਹ ਆਪ ਜੀ ਦਾ ਵਿਸ਼ਵਾਸ ਸੀ। ਇੱਥੇ ਇੱਕ ਗੱਲ ਮੈਂ ਬੇਨਤੀ ਕਰਾਂ ਕਿ ਆਪ ਜੀ ਲੋਬਾਨਾ ਕਬੀਲੇ ਦੇ ਪੇਲੀਆ ਗੋਤਰ ਦੇ ਇੱਕ ਅਮੀਰ ਵਪਾਰੀ ਸਨ ਔਰ ਮੈਕਾਲਵ, ਤੇਜਾ ਸਿੰਘ, ਗੰਡਾ ਸਿੰਘ ਅਤੇ ਕਰਨਲ ਗੁਰਬਚਨ ਸਿੰਘ ਨੇ ਇਸ ਤਰੀਕ ਦਾ ਸਮਰਥਨ ਕੀਤਾ ਜਿਵੇਂ ਮੈਂ ਉੱਪਰ ਬੇਨਤੀ ਕੀਤੀ। ਹਾਲਾਂਕਿ ਸਹੀ ਅਤੇ ਭਰੋਸੇਯੋਗ ਸਰੋਤਾਂ ਦੀ ਘਾਟ ਕਾਰਨ ਮੱਖਣ ਸ਼ਾਹ ਜੀ ਦਾ ਇਤਿਹਾਸ ਪੂਰਾ ਨਹੀਂ ਮਿਲਦਾ। ਇਸ ਮਹੱਤਵਪੂਰਨ ਸਿੱਖ ਦੀ ਜਨਮ ਤਿਥੀ ਨੂੰ ਲੈ ਕਰਕੇ ਇਤਿਹਾਸਕਾਰਾਂ ਵਿੱਚ ਕੁਝ ਭੰਬਲ ਭੂਸਾ ਵੀ ਬਣਿਆ ਹੋਇਆ ਹੈ। ਕੁਝ ਰਿਕਾਰਡ ਵਿੱਚ ਬਾਬਾ ਜੀ ਦਾ ਜਨਮ 23 ਹਾੜ 1676 ਬਿਕਰਮੀ ਨੂੰ, ਜੋ ਕਿ 1619 ਨੂੰ ਨਰਮਦਾ ਦੇ ਕੰਢੇ ਪਿੰਡ ਸਰਵਨ ਨਗਰ ਨਰਸਿੰਘਪੁਰ ਵਿੱਚ ਹੋਇਆ ਦੱਸਿਆ ਜਾਂਦਾ ਹੈ। ਯਾਨੀ ਗੁਰਨਾਮ ਸਿੰਘ ਦਾ ਜੋ ਲੁਬਾਨਾ ਇਤਿਹਾਸ ਹੈ ਉਹ ਕਹਿੰਦਾ ਹੈ ਕਿ ਜਨਮ 1703 ਬਿਕਰਮੀ ਵਿੱਚ ਹੋਇਆ ਸੀ, ਜਿਸ ਦਾ ਅਨੁਵਾਦ 1647 ਵਿੱਚ ਹੋਇਆ ਸੀ। ਪਰ ਉਹਨਾਂ ਦੇ ਭੈਣ ਭਰਾਵਾਂ ਅਨੁਸਾਰ ਪੁਰਾਣੀ ਤਰੀਕ ਸਹੀ ਦੱਸੀ ਜਾਂਦੀ ਹੈ ਕਿ 7 ਜੁਲਾਈ 1600 ਜਿਹੜੀ ਹੈ ਉਹ ਤਰੀਕ ਜਿਹੜੀ ਹੈ 19 ਦੱਸੀ ਜਾਂਦੀ ਹੈ। ਜਨਮ ਤਿਥੀ ਵਾਂਗ ਉਹਨਾਂ ਦੇ ਜਨਮ ਸਥਾਨ ਬਾਰੇ ਵੀ ਜਿਹੜਾ ਹੈ ਉਹ ਕੁਝ ਕਨਫਿਊਜ਼ਨ ਹੈ। ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਟਾਂਡਾ ਜਿਹੜਾ ਹੈ ਉਹ ਕਈ ਜਗ੍ਹਾ ਦੇ ਉੱਪਰ ਹਨ, ਪਰ ਇੱਥੇ ਟਾਂਡਾ ਜਿਹੜਾ ਹੈ ਉਦਾਹਰਨ ਵਜੋਂ ਰਾਜਸਥਾਨ ਵਿੱਚ ਮਨਸੂਰਾ ਟਾਂਡਾ ਉੱਥੇ ਹੈ। ਪ੍ਰਦੇਸ਼ ਵਿੱਚ ਖੇੜਾ ਟਾਂਡਾ, ਬਸਤੀ ਟਾਂਡਾ, ਸ਼ੰਕਰਪੁਰਾ ਟਾਂਡਾ ਅਤੇ ਚਿਕਵੜੀ ਟਾਂਡਾ ਹੈ। ਕੁਝ ਇਤਿਹਾਸਕਾਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਜਨਮ ਜੰਮੂ ਕਸ਼ਮੀਰ ਦੇ ਟਾਂਡਾ ਵਿਖੇ ਹੋਇਆ ਔਰ ਗਿਆਨੀ ਗਿਆਨ ਸਿੰਘ ਜੀ ਨੇ ਵੀ ਇਸ ਬਾਰੇ ਹੀ ਲਿਖਿਆ ਹੈ। ਇਹ 1626 ਵਿੱਚ 6ਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਹੈ ਫੇਰੀ ਨਾਲ ਜੁੜੇ ਸਨ ਔਰ ਬਹੁਤੇ ਵਿਦਵਾਨ ਜਿਵੇਂ ਸੁੱਖਾ ਸਿੰਘ, ਮੈਕਾਲਵ ਅਤੇ GS ਛਾਬੜਾ ਦਾ ਕਹਿਣਾ ਹੈ ਕਿ ਬਾਬਾ ਮੱਖਣ ਸ਼ਾਹ ਕਾਠੀਆਵਾੜ, ਗੁਜਰਾਤ, ਭਾਰਤ ਦੇ ਵਸਨੀਕ ਸਨ। ਅੱਜ ਵੀ ਕਾਠੀਆਵਾੜ ਵਿੱਚ ਬਹੁਤ ਸਾਰੇ ਲੁਬਾਣੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਲੋਹਾਣਾ ਕਹਿੰਦੇ ਹਨ। ਲੁਬਾਣਾ ਸ਼ਬਦ ਹੀ ਵੀ ਲੋਹਾਣਾ ਤੋਂ ਬਣਿਆ ਹੈ। ਇਲਾਕੇ ਦੇ ਵਪਾਰੀ ਅਤੇ ਵਪਾਰੀਆਂ ਦਾ ਵਿਚਾਰ ਹੈ
ਕਿ ਬਾਬਾ ਜੀ ਦਾ ਜਨਮ ਕਾਠੀਆਵਾੜ ਗੁਜਰਾਤ ਵਿੱਚ ਹੋਇਆ। तो आ हुण ਉਹਨਾਂ ਦੀ ਮੁੱਢਲੇ ਜੀਵਨ ਦੇ ਬਾਰੇ ਆਪਾਂ ਗੱਲ ਕਰੀਏ। ਆਪ ਜੀ ਨੇ ਮੁੱਢਲਾ ਜੀਵਨ ਜਿਹੜਾ ਹੈ ਵਿਜੇ ਨਗਰ ਤੋਂ ਪ੍ਰਾਪਤ ਕੀਤੀ ਮੁੱਢਲੀ ਸਿੱਖਿਆ। ਉਹ ਬੁੱਧੀਮਾਨ, ਵਫਾਦਾਰ ਅਤੇ ਚੰਗੇ ਮਨੁੱਖਤਾਵਾਦੀ ਸਨ। ਉਹ ਸੰਸਕ੍ਰਿਤ ਭਾਸ਼ਾ ਵਿੱਚ ਮਾਹਰ ਸਨ ਅਤੇ ਉਹਨਾਂ ਨੇ ਪੁਰਤਗਾਲੀ ਅਤੇ ਅੰਗਰੇਜ਼ੀ ਸਮੇਤ ਕਈ ਵਿਦੇਸ਼ੀ ਭਾਸ਼ਾਵਾਂ ਵੀ ਸਿੱਖੀਆਂ, ਜੋ ਕਿ ਇੱਕ ਵਪਾਰੀ ਦੇ ਰੂਪ ਵਿੱਚ ਉਸਦੀ ਯਾਤਰਾ ਦੌਰਾਨ ਜਿਹੜੀਆਂ ਹੈ ਉਹਨਾਂ ਦੇ ਕੰਮ ਆਉਂਦੀਆਂ ਸਨ। ਉਸਨੇ ਆਪਣੇ ਪਿਤਾ ਦੇ ਵਪਾਰ ਅਤੇ ਵਪਾਰ ਦੀਆਂ ਸਾਰੀਆਂ ਤਕਨੀਕਾਂ ਪਿਤਾ ਤੋਂ ਸਿੱਖੀਆਂ। ਉਹ ਪੰਜਾਬੀ ਵਿੱਚ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਸਨ ਬੋਲ ਸਕਦੇ, ਪਰ ਉਹਨਾਂ ਦੀ ਲੁਮਕੀ ਉਹਨਾਂ ਦੀ ਮਾਤ ਭਾਸ਼ਾ ਸੀ ਅਤੇ ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਉਹਨਾਂ ਨੇ ਮਿਲੇ ਤਾਂ ਉਸਨੇ ਗੁਰੂ ਲਾਦੋ ਰਾਏ, ਲੁਮਕੀ ਵਿੱਚ ਗੁਰੂ ਲੱਭਿਆ ਦਾ ਨਾਰਾ ਲਗਾਇਆ। तो गुरु लादो राय ਅਸੀਂ ਬੋਲਦੇ ਹਾਂ ਗੁਰੂ ਲਾਦੋ ਰੇ, ਲੇਕਿਨ ਉਹਨਾਂ ਨੇ ਗੁਰੂ ਲਾਦੋ ਰਾਏ ਲੁਮਕੀ ਵਿੱਚ ਜਿਹਦਾ ਮਤਲਬ ਹੈ ਗੁਰੂ ਲੱਭਿਆ ਦਾ ਨਾਰਾ ਲਗਾਇਆ ਸੀ। ਤੋ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਾ ਜੀ ਜਵਾਨ ਸਨ ਤਾਂ ਉਹਨਾਂ ਦੀ ਜਿਹੜੀ ਹੈ ਸ਼ਾਦੀ ਹੋ ਗਈ ਔਰ ਆਪ ਜੀ ਦੇ ਬੱਚੇ ਵੀ ਹੋਏ, ਜਿਨ੍ਹਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਿਹੜਾ ਹੈ ਉਹ ਅੰਮ੍ਰਿਤ ਵੀ ਛਕਿਆ, ਜਿਸ ਦਾ ਕਿ ਬਲਜੀਤ ਸਿੰਘ ਖਾਲਸਾ ਦੁਆਰਾ ਜੋ ਹੈ ਪੁਸਤਕ ਦੇ ਅੰਦਰ ਵੀ ਇਹਦਾ ਵਰਣਨ ਕੀਤਾ ਗਿਆ। ਕਾਰੋਬਾਰ ਦੀ ਗੱਲ ਜਿਵੇਂ ਆਪਾਂ ਕਰੀਏ ਤੇ ਕੁਝ ਸੂਤਰਾਂ ਅਨੁਸਾਰ ਬਾਬਾ ਮੱਖਣ ਸ਼ਾਹ ਇੱਕ ਵਪਾਰੀ ਸਨ। ਉਹਨਾਂ ਨੇ ਭਾਰਤ ਵਿੱਚ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਨਾਲ ਵੀ ਵਪਾਰ ਕੀਤਾ। ਇਹ ਮੈਂ ਬੇਨਤੀ ਕੀਤੀ ਹੈ ਕਿ ਉਹ ਮਸਾਲੇ, ਬੰਗਾਲੀ ਰੇਸ਼ਮ, ਕਸ਼ਮੀਰੀ ਸ਼ਾਲਾਂ ਦਾ ਵਪਾਰ ਕਰਦੇ ਸਨ ਔਰ ਮੁਗਲ ਭਾਰਤ ਵਿੱਚ ਆਸਾ ਵਪਾਰੀ ਨੇ ਮੁਗਲ ਅਧਿਕਾਰੀਆਂ ਨਾਲ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਅਤੇ ਕਈ ਅਰਬ ਬੰਦਰਗਾਹਾਂ ਲਈ ਅਕਸਰ ਯਾਤਰਾ ਕੀਤੀ। ਸੂਰਤ ਮੁੱਖ ਬੰਦਰਗਾਹ ਸੀ ਜਿੱਥੇ ਉਹ ਵਪਾਰ ਕਰਦਾ ਸੀ। ਉਹ ਅਸਲ ਵਿੱਚ ਇੱਕ ਅਮੀਰ ਵਪਾਰੀ ਸੀ, ਭਾਵੇਂ ਉਹਨਾਂ ਦਾ ਵਪਾਰ ਵੱਧਦਾ ਫੁੱਲਦਾ ਸੀ, ਪਰ ਉਹ ਗੁਰੂ ਨਾਨਕ ਦੇਵ ਜੀ ਦੇ ਇੱਕ ਮਹਾਨ ਸਿੱਖ ਸਨ। ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਰਾਏ ਸਾਹਿਬ ਦੇ ਸਮੇਂ ਮੱਖਣ ਸ਼ਾਹ ਜੀ 6ਵੇਂ ਗੁਰੂ ਤੋਂ ਸਿੱਖ ਧਰਮ ਨਾਲ ਜੁੜੇ। ਪਟਵਈਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ। ਭਾਈ ਮੱਖਣ ਸ਼ਾਹ ਦਾ ਕਾਫਲਾ ਜੋ ਗੁਰੂ ਦਾ ਸਿੱਖ ਸੀ ਕਸ਼ਮੀਰ ਨੂੰ ਜਾ ਰਿਹਾ ਸੀ ਤਾਂ ਉੱਥੇ ਸਤਿਗੁਰੂ ਉੱਥੇ ਉਸ ਨਾਲ ਜੁੜ ਗਏ। ਗੁਰੂ ਹਰਗੋਬਿੰਦ ਸਾਹਿਬ ਭਾਈ ਦਾਸਾ ਤੇ ਭਾਈ ਅਰੂ ਰਾਮ ਦੇ ਨਾਲ ਮੱਟਨ ਮਾਰਤੰਡ ਦੀ ਯਾਤਰਾ ਤੋਂ ਬਾਅਦ ਉਹ ਮੋਟਾ ਟਾਂਡਾ ਵਿਖੇ ਭਾਈ ਮੱਖਣ ਸ਼ਾਹ ਦੇ ਸਥਾਨ ਤੇ ਪਹੁੰਚੇ। ਭਾਈ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਨੇ ਉੱਥੇ ਹੀ ਆਖਰੀ ਸਾਹ ਲਿਆ ਸੀ। 7ਵੇਂ ਗੁਰੂ ਹਰਰਾਏ ਸਾਹਿਬ ਜੀ ਕਸ਼ਮੀਰ ਵਿੱਚ ਉਹਨਾਂ ਦੇ ਨਾਲ ਰਹੇ। ਇਸ ਦਾ ਜ਼ਿਕਰ ਗੁਰੂ ਦੀਆਂ ਸਾਖੀਆਂ ਵਿੱਚ ਮਿਲਦਾ ਹੈ ਅਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਪਟਵਈ ਗੁਰੂ ਹਰਰਾਏ ਜੀ ਸਨ 1717 ਬਿਕਰਮੀ ਵਿੱਚ ਸ੍ਰੀਨਗਰ ਪਹੁੰਚੇ ਸਨ। मैं बेनती करूंगा 1 मिनट वास्ते खिमा मंगदा, मैं हुणे फिर ज्वाइन कर मैं खिमा मंगदा जी। जी खिमा मंगदा जी, कुछ डिस्टर्बेंस हो गई सी। इत्थे लिखा जाता है कि भाई मक्खन शाह जी भाई दासा जी दे पुत्र, बिने दा पोता, बहेरू दा पोता, गुरु की साखियां पन्ना 40 दे उपर कि गुरु जी गुरु हरराय साहब जी कश्मीर विच मक्खन शाह दे टांडा विखे 4 महीने रहे। ये जिक्र जो है पट वही तलौंदा परगना जींद विच ये आउंदा है। अगला एक बड़ा महत्वपूर्ण गल है कि जिवें असीं उपर कहा कि गुरु भाई मक्खन शाह जी वो सिख धर्म का प्रचार भी करते सन। तो इत्थे सवाल पैदा होता है कि मक्खन शाह मसंद सीगे गुरु घर दे। तो तेजा सिंह, गंडा सिंह जी अते सेवादास वर्गे विद्वान ये दलील देंदे हैं कि बाबा मक्खन शाह जी एक मसंद काठियावाड़ के खेतर ले सन। अपने सिद्धांत के सबूत वजों उस स्थानक संगत के दौरे वाल इशारा करते हैं जिसकी अगवाई बाबा मक्खन शाह जी कर रहे सन। अपने पूरे परिवार नूं भी गुरु हरकिशन साहब जी के दर्शनां लई लै गए जिस समय गुरु साहब कीरतपुर साहब विखे रह रहे सन। पर यह जानिया जाता सी कि गुरु जी किसी भी श्रद्धालु नाल नहीं मिल रहे सन, क्योंकि वो
ਉੱਥੇ ਕਿਸੇ ਕੰਮ ਦੇ ਵਿੱਚ ਜਿਹੜੇ ਸਨ ਉਹ ਮਸ਼ਰੂਫ ਸਨ। ਕੁਝ ਨਿੱਜੀ ਪਰਿਵਾਰਕ ਮਾਮਲੇ, ਹਾਲਾਂਕਿ ਗੁਰੂ ਸਾਹਿਬ ਨੇ ਇੱਕ ਜ਼ਰੂਰੀ ਮਾਮਲੇ ਨਾਲ ਨਜਿੱਠਣ ਲਈ ਦਿੱਲੀ ਦੀ ਯਾਤਰਾ ਵੀ ਕੀਤੀ ਸੀ। ਇਹ ਤੱਥ ਕਿ ਮੱਖਣ ਸ਼ਾਹ ਕੀਰਤਪੁਰ ਦੀ ਬਜਾਏ ਦਿੱਲੀ ਲੈ ਗਿਆ ਸੀ, ਬਾਬਾ ਮੱਖਣ ਸ਼ਾਹ ਦੇ ਪਸੰਦ ਹੋਣ ਵੱਲ ਇਸ਼ਾਰਾ ਕਰਦਾ ਹੈ। ਹਾਲਾਂਕਿ ਇਸ ਦਾ ਸਮਰਥਨ ਕਰਨ ਵਾਲਾ ਕੋਈ ਲਿਖਾਰੀ ਲਿਖਤੀ ਰਿਕਾਰਡ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇੱਕ ਵਿਅਸਤ ਸੰਸਾਰ ਯਾਤਰਾ ਕਰਨ ਵਾਲੇ ਵਪਾਰੀ ਦੇ ਰੂਪ ਵਿੱਚ ਜਿਸ ਦੇ ਕਾਰੋਬਾਰ ਲਈ ਉਸ ਨੂੰ ਅਕਸਰ ਯਾਤਰਾ ਕਰਨਾ ਪੈਂਦੀ ਸੀ, ਬਾਬਾ ਮੱਖਣ ਸ਼ਾਹ ਉਸ ਸਮੇਂ ਪ੍ਰਚਾਰ ਸੰਗਤ ਦੀ ਅਗਵਾਈ ਨਹੀਂ ਕਰ ਸਕਦਾ ਸੀ। ਆਓ ਹੁਣ ਅਸੀਂ ਇਹ ਦੇਖੀਏ ਕਿ ਬਾਬਾ ਜੀ ਜਿਵੇਂ ਵਪਾਰੀ ਸਨ ਤਾਂ ਉਹਨਾਂ ਦਾ ਜਿਹੜਾ ਸਮੁੰਦਰ ਦੇ ਵਿੱਚ ਜਿਹੜਾ ਬੇੜਾ ਸੀ ਉਹ ਜਿਹੜਾ ਅਟਕ ਗਿਆ, तो उसके बारे आप गल करते हैं कि मक्खन शाह लुबाना जिहड़े सन वो दखन दे विच व्यापार करन गए ते एक बार उसदे नाल माल नाल भरिया एक जहाज समुंदर विच जा रहा सी। बहुत तेज तूफान आया अते जहाज डुबन लगा। मक्खन शाह दी अरदास करन तक इसनूं बचाउण दियां सारियां कोशिशां व्यर्थ गईयां सन। हे गुरु नानक, मेरे डुबदे जहाज नूं बचाओ, मैं आप जी नूं दर्शन करांगा। सच्चे दिलों कीती हुई अरदास भाई मक्खन शाह जी दी अकाल पुरख ने स्वीकार कीती अते उसका जहाज जिहड़ा कि बड़ी ही मुश्किल जिहड़े हन समुंदर दीयां लहरां दे विच फसिया सी, वो सलामत सही सलामत वो कंढे ते पहुंच गया। तो मार्च 1665 विच जदों आप बकाले आए ते मकसद सीगा कि दिल्ली च गुरु हरकृष्ण पातशाह दी ज्योति वो समा चुके हैं। तो उन्होंने कहा कि अगले गुरु बाबा बसे ग्राम बकाला। तो उत्थे जो पहुंचे तो उत्थे बाई जिहड़े सोढ़ी और बेदी सन वो ये समझ गए कि गुरु हरकृष्ण पातशाह जी ने जो वचन कहे हैं वो हुण साडा मौका है कि असीं उसके ऊपर फायदा उठाइए। तो उत्थे बाई बने मंजियां नूं देख करके भाई मक्खन शाह जी हैरान रह गए, क्योंकि वो भी सिख जिहड़े कौम दे जिहड़े मसंद सन ते उन्होंने पुरातन गुरुआं दा जिहड़ा है वो सब कुछ देखिया सी। ते असल गुरु कौन सी? हुण बाई मंजियां लगियां ने ते हर कोई अपने आप नूं गुरु कह रहा है। तो वो किस दे दर्शन करन ते किस नूं वो भेटा देन? ते उन्होंने असली गुरु का पता लगाउण दी योजना सोची। उन्होंने कहा कि मैं सारियां नूं अगे 2-2 सोने दी मोहरां पेश करन दी योजना उन्होंने बनाई। ते जिहड़े भी भाई सन उन्होंने वो बड़े प्यार नाल स्वीकार कर लिया ते इन्हां नूं बड़ियां असीसां दित्तियां। पर इन्हां दा मन जिहड़ा है वो तसल्ली बख्श नहीं होया कि जिवें पुरातन गुरु गुरु हरराय साहब गुरु हरगोबिंद साहब सन उन्हां वर्गा इन्हां दे जीवन दे विच कोई रहस्य नहीं सी, कोई चढ़दी कला वाली गल नहीं सी। ये तो बिल्कुल लालची तरीके ते लग रहे सन। तो उन्होंने किसी नूं पुछया कि इत्थे कोई होर भी जिहड़ा है वो रहिंदा है कोई गुरुवंश विच? तां मक्खन शाह नूं दस्सिया गया कि इत्थे होर आदमी है जिसनूं तेगा किया जाता है। वो गुरु हरगोबिंद साहब जी का पुत्र है, उसका पूरा नाम तेग बहादुर सी। वो दुनियावी मसलियां तो मामलियां तो दूर चुप ही रहंदे सन अते गुरगद्दी का कोई दावा नहीं करते, जबकि 22 मंजियां वाले अपने आप को गुरु कहते सन। तो मक्खन शाह जी आखिर तेग बहादुर जी के उस स्थान ते गए जिथे वो अपनी पत्नी माता गुजरी जी गुजर कौर जी के नाल उत्थे बैठे सन। उन्हां नाल मुलाकात की गई और बेनती की गई कि आप जी गुरु गोरु नानक देव महाराज की गद्दी के उपर आप विराजमान हो। ते उन्हां कोलों भी मैं जाके माता जी नूं बेनती की कि मैं उन्होंने जाके मतलब मिल सकदा जाके।
तो मक्खन शाह जी ਨੂੰ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਾਣ ਦੀ ਇਜਾਜ਼ਤ ਮਿਲ ਗਈ। ਉਸਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਯੋਜਨਾ ਅਨੁਸਾਰ 2 ਮੋਹਰਾਂ ਉਹਨਾਂ ਦੇ ਅੱਗੇ ਰੱਖੀ। ਗੁਰੂ ਜੀ ਨੇ ਜਦੋਂ ਅੱਖਾਂ ਖੋਲੀਆਂ ਤੇ ਉਹਨਾਂ ਦੇ ਅੱਖਾਂ ਖੋਲੀਆਂ ਹੀ ਸਨ ਕਿ ਭਾਈ ਮੱਖਣ ਸ਼ਾਹ ਜੀ ਦਾ ਜੀਵਨ ਜਿਹੜਾ ਹੈ ਉਹ ਧਨ ਹੋ ਗਿਆ। ਉਹਨਾਂ ਦੇ ਜੀਵਨ ਦੇ ਉੱਪਰ ਇੱਕ ਤਰੀਕੇ ਦੀ ਕਿਰਪਾ ਦ੍ਰਿਸ਼ਟੀ ਪਈ ਤੇ ਉਹ ਸਮਝਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹਨ। ਗੁਰੂ ਨਾਨਕ ਦੇਵ ਮਹਾਰਾਜ ਨੇ ਮੇਰੀ ਅਰਦਾਸ ਸੁਣੀ ਹੈ ਤੇ ਇਹ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਹਨ। ਤੇ ਉਹ ਭੇਟਾ ਕਰਕੇ ਉਹਨਾਂ ਨੂੰ ਬੜਾ ਪ੍ਰਸੰਨ ਹੋਇਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਅਸੀਸ ਦਿੱਤੀ। ਪਰ ਇਹ ਖੁਸ਼ੀ ਨਾਲ ਇੰਨਾ ਭਰ ਗਿਆ ਭਾਈ ਮੱਖਣ ਸ਼ਾਹ ਤੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਘਰ ਦੇ ਸਿਖਰ ਤੇ ਪਹੁੰਚਿਆ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਗੁਰ ਲਾਦੋ ਰੇ, ਗੁਰ ਲਾਦੋ ਰੇ। ਇਹ ਮੈਂ ਉੱਪਰ ਬੇਨਤੀ ਕੀਤੀ ਹੈ, ਗੁਰ ਲਾਦੋ ਰਾਏ ਉਹਨਾਂ ਕਿਹਾ, ਲੇਕਿਨ ਇਤਿਹਾਸ ਦੇ ਵਿੱਚ ਗੁਰ ਲਾਦੋ ਰੇ ਆਂਦਾ। ਮੁਬਾਰਕਾਂ ਹੈ ਪਿਆਰੇ ਸਿੱਖੋ, ਮੈਨੂੰ ਅਸਲ ਗੁਰੂ ਮਿਲ ਗਿਆ ਹੈ ਜੋ ਇਕੱਲਾ ਰਹਿ ਰਿਹਾ ਹੈ, ਗੁਰਗੱਦੀ ਦਾ ਕੋਈ ਦਾਵਾ ਨਹੀਂ ਕਰਦਾ, ਪਰ ਉਹ ਇੱਕ ਗੁਰੂ ਹੈ, ਉਸਨੇ ਐਲਾਨ ਕੀਤਾ। ਇਹ ਸੁਣ ਕੇ ਸਿੱਖਾਂ ਨੂੰ ਬਹੁਤ ਖੁਸ਼ੀ ਹੋਈ। ਉਹਨਾਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ। ਉਹ ਗੁਰੂ ਦੇ ਦਰਵਾਜ਼ੇ ਤੇ ਇਕੱਠੇ ਹੋਏ। ਗੁਰੂ ਜੀ ਬਾਹਰ ਆ ਗਏ। ਦਿੱਲੀ ਤੋਂ ਇੱਕ ਗੁਰਸਿੱਖ ਜਿਹੜਾ ਹੈ ਉਹ ਉੱਥੇ ਪਹੁੰਚਿਆ ਤੇ ਉਹਨੇ ਗੁਰੂ ਜੀ ਨੂੰ ਭੇਟਾ ਕੀਤਾ ਤੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਤੇਗ ਬਹਾਦਰ ਜੀ ਨੂੰ ਜੋ ਹੈ ਗੁਰਗੱਦੀ ਦਾ ਜਿਹੜਾ ਹੈ ਉਹ ਤਿਲਕ ਲਗਾਇਆ। तो इस तरह 24 ਸਾਲ ਦੀ ਉਮਰ ਵਿੱਚ 20 ਮਾਰਚ 1665 ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਹਨ ਉਹ ਬਿਰਾਜਮਾਨ ਹੋਏ। ਉਹ ਇਹ ਵਾਰਤਾ ਹੈ ਉਹਨਾਂ ਦੇ ਜਿਹੜਾ ਸਮੁੰਦਰੀ ਜਹਾਜ਼ ਦੀ, ਜਿਸ ਨੂੰ ਕਿ ਕਈ ਵੱਖ-ਵੱਖ ਤਰੀਕਿਆਂ ਨਾਲ ਵੀ ਇਤਿਹਾਸ ਵੀ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ अपना कमीज चुक के मोढ़ा दिखाया गुरु तेग बहादुर साहब ने कि मैं तेरा जहाज जड़ा बनने लाया, मेरे मोढ़े उत्ते जख्म हो गया ते तू सिर्फ 2 मोहरा दे रहे हैं ते तू प्रॉमिस 500 कीतियां सन। तो ये सारियां गल्लां जिहड़ियां न बिल्कुल गुरु तेग बहादुर साहब दे जो शख्सियत है, उनकी पर्सनैलिटी है, उनका करैक्टर है, ਉਹਦੇ ਨਾਲ ਮੇਲ ਨਹੀਂ ਖਾਂਦਾ कि कभी भी कोई सिख भी जड़ा है वो अपनी भेटा करता है, वो कोई जिसनों कहते हैं कि अपना सुखना लाणियां ने, ऐसी कोई गल भी जिहड़ी है वो गुरु का सिख जिहड़ा है वो नहीं करता है। तो इस इन्हां गल्लां ते असी विश्वास नहीं करना है। और जिवें मैं हुणे आप जी नूं दस्सिया है कि वो किस तरह गुरु साहब नूं मिले ते उन्हां दी जिहड़ी अरदास संपूर्ण होई ते गुरु साहब दे जिहड़े अपने जिहड़े मन दे विच जिहड़े भाई मक्खन शाह दे सन, वो अपने मन विच फिर उन्होंने कहा, अपने सेवक की आपे रखा है, आपे नाम जपावै, जय जय काज किर सेवक की, तहाँ तहाँ उठतावै, सेवक को निकटी हुए दिखावै, जो 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 कहे ठाकुर पै सेवक, तत्काल होए आवे। आसा मेला 5वां श्री गुरु ग्रंथ साहब दे पन्ना 430 दे ये जो लवज सन वो भाई मक्खन शाह जी दे जड़े हैं वो मन दे विचों सुते सिद्धि जड़े हैं वो निकल रहे सन। तो गुरु तेग बहादुर साहब जी नूं आपां इस तो बाद देखते हैं कि बाबा मक्खन शाह जी बाबा बकाले दे विच जिहड़ी है वो पहुँचते हैं ते उत्थे पहुँच करके उन्होंने फिर मक्खन शाह दे जिहड़े उत्थे देखे पोस्टर देखे, ਉਹਦੀ भी असीं आप जी दे नाल गल कीती है। और फिर जिवें वो गुरु तेग बहादुर साहब जी दे कोल पहुँच के उन्होंने गुरु साहब नाल मुलाकात करके ये कीती। हुण इस तो बाद अगे जिहड़ा पड़ाव पैंदा है वो है धीरमाल वालों हमला। गुरु जी तो दे पता लगन तो बाद बकाले विच हफड़ा दफड़ी मच गई ਅਤੇ ਭਗਦੜ ਦੇ ਦੌਰਾਨ ਸਾਰੇ ਨਕਲੀ ਮੰਜੀ ਜਿਹੜੇ ਹਨ ਉਹ ਬਲਦਾਂ ਵਾਂਗਨ ਭਜਨ ਲੱਗ ਪਏ ਅਤੇ ਸਾਰੇ ਹੀ ਉੱਥੋਂ ਤਿੱਤਰ ਬਿੱਤਰ ਹੋ ਗਏ। ਕੇਵਲ ਧੀਰਮਲ ਹੀ ਉੱਥੇ ਰਹੇ ਅਤੇ ਉਸਨੇ ਕਿਹਾ ਕਿ ਮੱਖਣ ਸ਼ਾਹ ਕੌਣ ਹੈ ਜੋ ਆਪਣੇ ਆਪ ਨੂੰ ਸੋਢੀਆਂ ਦੇ ਕੇਸ ਦਾ ਦੋਸ਼ੀ ਠਹਿਰਾਉਂਦਾ ਹੈ।
ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਵੀ ਮਾੜੀਆਂ ਗੱਲਾਂ ਕਹੀਆਂ ਅਤੇ ਉਹਨਾਂ ਦੇ ਸਹਾਇਕ ਗੁਰਗੱਦੀ ਦਾ ਹੱਕ ਛੱਡਣ ਤੋਂ ਇਨਕਾਰ ਕਰ ਰਹੇ ਸਨ। ਧੀਰਮਲ ਨੂੰ ਇਹਨਾਂ ਈਰਖਾ ਮਹਿਸੂਸ ਹੋਈ ਕਿ ਲੋੜ ਪੈਣ ਤੇ ਉਹ ਮੌਤ ਤੱਕ ਲੜਨ ਲਈ ਤਿਆਰ ਹੋ ਗਿਆ। ਜਿਵੇਂ ਹੀ ਬਾਬਾ ਮੱਖਣ ਸ਼ਾਹ ਜੀ ਭੋਜਨ ਲਈ ਦਰਬਾਰ ਤੋਂ ਬਾਹਰ ਨਿਕਲੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਰਫ ਕੁਝ ਨਿੱਜੀ ਸੇਵਾਦਾਰਾਂ ਦੇ ਘਰ ਦੇ ਮੈਂਬਰਾਂ ਨਾਲ ਹੀ ਰਹਿ ਗਏ ਸਨ, ਲਗਭਗ ਉਹ ਪੂਰੀ ਤਰ੍ਹਾਂ ਹਥਿਆਰਬੰਦ ਬੰਦਿਆਂ ਦੇ ਨਾਲ ਸ਼ੀਹ ਮਸੰਦ ਅਤੇ ਗਰੋਹ ਦੇ ਬਾਕੀ ਸਾਰੇ ਬੰਦਿਆਂ ਨੂੰ ਉਸ ਦਾ ਪਿੱਛਾ ਕਰਨ ਦਾ ਹੁਕਮ ਦਿੰਦਾ ਹੋਇਆ ਘਰੋਂ ਬਾਹਰ ਆਇਆ। ਧੀਰਮਲ ਜੇ ਹੋ ਸਕੇ ਤਾਂ ਆਪਰੇਸ਼ਨਾਂ ਨੂੰ ਦੇਖਣ ਅਤੇ ਨਿਰਦੇਸ਼ਨ ਕਰਨ ਲਈ ਪਿੱਛੇ ਤੋਂ ਉਸ ਦਾ ਪਿੱਛਾ ਕਰਦਾ ਸੀ। ਧਾੜਵੀਆਂ ਨੇ ਉਹਨਾਂ ਨਾਲ ਸ਼ਾਮਲ ਹੋਣ ਲਈ ਹਰ ਉਸ ਵਿਅਕਤੀ ਨੂੰ ਤਾਕਤ ਦਿੱਤੀ ਜਿਸ ਨੂੰ ਉਹ ਮਿਲੇ। ਕਿਰਪਾਲ ਚੰਦ, ਭਾਈ ਜੇਠਾ, ਭਾਈ ਦਿਆਲਾ ਨੇ ਜੋ ਵੀ ਲਾਠੀ ਜਾਂ ਲਾਠੀ ਫੜ ਲਈ ਉਸ ਨਾਲ ਸਖਤ ਬਚਾਅ ਕੀਤਾ। ਅਗਲੇ ਅੰਦੋਲਨ ਵਿੱਚ ਸ਼ੀਆ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਅਤੇ ਪੁਆਇੰਟ ਬਲੈਂਕ ਫਾਇਰ ਕੀਤਾ। ਗੁਰੂ ਦੇ ਮੋਢੇ ਤੇ ਮਾਮੂਲੀ ਗੋਲੀ ਲੱਗੀ। ਕਿਰਪਾਲ ਚੰਦ ਦੇ ਭਾਈ ਜੇਠਾ ਜੀ ਨੇ ਸਾਰੇ ਬੰਦਿਆਂ ਨੂੰ ਹਥਿਆਰ ਰੱਖਣ ਲਈ ਕਿਹਾ ਅਤੇ ਡਾਕਾ ਨੂੰ ਸਜ਼ਾ ਦੇਣ ਅਤੇ ਚੋਰੀ ਹੋਏ ਸਮਾਨ ਨੂੰ ਛਡਾਉਣ ਲਈ ਤਿਆਰ ਰਹਿਣ ਲਈ ਕਿਹਾ। ਮੱਖਣ ਸ਼ਾਹ ਵੱਲੋਂ ਤੁਰੰਤ ਦੂਤ ਭੇਜਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰਿਆਂ ਨੂੰ ਜਿਹੜਾ ਹੈ ਪਰੇਸ਼ਾਨ ਨਾ ਹੋਣ ਦੀ ਅਪੀਲ ਕੀਤੀ। ਜਲਦੀ ਹੀ ਮੱਖਣ ਸ਼ਾਹ ਆਪਣੇ ਬੰਦਿਆਂ ਨਾਲ ਹਥਿਆਰ ਲੈ ਕੇ ਪਹੁੰਚ ਗਏ ਤੇ ਮੱਖਣ ਸ਼ਾਹ ਜਿਹੜੇ ਹੋਏ ਦਰਬਾਰ ਨੂੰ ਹੋਏ ਨੁਕਸਾਨ ਅਤੇ ਗੁਰੂ ਜੀ ਦੀ ਸੱਟਾਂ ਤੋਂ ਹੈਰਾਨ ਸੀ। ਮੱਖਣ ਸ਼ਾਹ ਅਤੇ ਧੀਰਮਲ ਦੇ ਬਾਰੇ ਮੱਖਣ ਸ਼ਾਹ ਨੇ ਕਿਵੇਂ ਉਹਨਾਂ ਨੂੰ ਜਿਹੜਾ ਹੈ ਡੀਲ ਕੀਤਾ ਧੀਰਮਲ ਨੂੰ, ਉਸ ਬਾਰੇ ਆਪਾਂ ਵਿਚਾਰ ਕਰੀਏ ਕਿ ਮੱਖਣ ਸ਼ਾਹ ਨੇ ਆਪਣੇ ਬੰਦਿਆਂ ਨਾਲ ਧੀਰਮਲ ਦੇ ਘਰ ਵੱਲ ਕੂਚ ਕੀਤਾ। ਧੀਰਮਲ ਨੇ ਅੰਦਰੋਂ ਦਰਵਾਜ਼ਾ ਖੜਕਾਇਆ ਅਤੇ ਸ਼ੀਆ ਨੇ ਘਰ ਦੀ ਰੱਖਿਆ ਦੀ ਜ਼ਿੰਮੇਵਾਰੀ ਲਈ। ਅਗਲੇ ਹੀ ਪਲ ਮੱਖਣ ਸ਼ਾਹ ਦਰਵਾਜ਼ੇ ਤੇ ਉੱਚੀ ਆਵਾਜ਼ ਵਿੱਚ ਧੀਰਮਲ ਨੂੰ ਚੋਰੀ ਦੀ ਸਾਰੀ ਜਾਇਦਾਦ ਤੁਰੰਤ ਸੌਂਪਣ ਲਈ ਕਿਹਾ ਜਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਹੋ। ਸ਼ੀਹਾ ਅਤੇ ਧੀਰਮਲ ਨੇ ਮੱਖਣ ਸ਼ਾਹ ਤੇ ਕਿਰਪਾਲ ਚੰਦ ਉਹਨਾਂ ਦੇ ਬੰਦਿਆਂ ਤੇ ਗਾਲਾਂ ਕੱਢੀਆਂ। ਅਗਲੇ ਹੀ ਪਲ ਮੱਖਣ ਸ਼ਾਹ ਤੇ ਕਿਰਪਾਲ ਚੰਦ ਨੇ ਆਪਣੇ ਬੰਦਿਆਂ ਨੂੰ ਧੀਰਮਲ ਦੇ ਘਰ ਤੇ ਹਮਲਾ ਕਰਨ ਅਤੇ ਵਿਰੋਧ ਕਰਨ ਵਾਲੇ ਹਰ ਵਿਅਕਤੀ ਨੂੰ ਸਜ਼ਾ ਦੇਣ ਦਾ ਹੁਕਮ ਦਿੱਤਾ, ਪਰ ਕਿਸੇ ਨੂੰ ਮਾਰਨ ਤੋਂ ਬਚਣਾ। ਸਖਤ ਲੜਾਈ ਤੋਂ ਬਾਅਦ ਧੀਰਮਲ ਨੇ ਮਸੰਦਿਆਂ ਤੇ ਪਹਾੜੇ ਦੇ ਡਾਕੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਵਿੱਚ ਘਸੀਟ ਕੇ ਲੈ ਗਿਆ। ਮੱਖਣ ਸ਼ਾਹ ਨੇ ਧੀਰਮਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੇਰੀ ਜਾਨ ਸਿਰਫ ਇਸ ਲਈ ਬਖਸ਼ੀ ਹੈ ਕਿ ਤੂੰ ਗੁਰੂ ਦਾ ਭਤੀਜਾ ਹੈ, ਨਹੀਂ ਤਾਂ ਮੈਂ ਤੇਰੇ ਵਰਗੇ ਕਾਤਲ ਨੂੰ ਨਸ਼ਟ ਕਰਨ ਤੋਂ ਵੀ ਨਹੀਂ ਝਿਜਕਦਾ। ਧੀਰਮਲ ਅਤੇ ਉਸਦੇ ਮਸੰਦ ਗੋਡਿਆਂ ਪਾਰ ਹੋ ਕੇ ਗੁਰੂ ਜੀ ਪਾਸੋਂ ਆਪਣੇ ਗੁਨਾਹ ਦੀ ਮਾਫੀ ਮੰਗ ਰਹੇ ਸਨ। ਉਹਨਾਂ ਦੇ ਪਛਤਾਵੇ ਦੇ ਹੰਝੂਆਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਸਿਰਫ ਉਹਨਾਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ, ਸਗੋਂ ਉਹਨਾਂ ਨਾਲ ਸਖਤ ਸਲੂਕ ਸਮਝੌਤਾ ਵੀ ਨਾਰਾਜ਼ ਕੀਤਾ ਕਿ ਉਹਨਾਂ ਨਾਲ ਸਖਤ ਸਲੂਕ ਨਹੀਂ ਸੀ ਕਰਨਾ ਚਾਹੀਦਾ। ਮੱਖਣ ਸ਼ਾਹ ਨੇ ਆਪਣੀ ਕਾਰਵਾਈ ਦੀ ਵਿਆਖਿਆ ਕਰਦਿਆਂ ਕਿਹਾ, ਗੁਰਦੇਵ, ਜੇਕਰ ਅਸੀਂ ਧੀਰਮਲ ਅਤੇ ਉਸਦੇ ਮਸੰਦਾਂ ਦੀ ਤਰ੍ਹਾਂ ਆਪਣੇ ਆਪ ਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਤਾਂ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਸਕਦੇ ਹਾਂ। ਧੀਰਮਲ ਦੇ ਡੇਰੇ ਤੋਂ ਲਿਆਂਦੀਆਂ ਸਾਰੀਆਂ ਵਸਤੂਆਂ ਗੁਰੂ ਦੇ ਹੁਕਮ ਅਨੁਸਾਰ ਵਾਪਸ ਕਰ ਦਿੱਤੀਆਂ, ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਵੀ ਸੀ, ਜੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋਂ ਧੀਰਮਲ ਆਪਣੇ ਨਾਲ ਲੈ ਗਿਆ ਸੀ। तो ਧੀਰਮਲ ਨੇ ਇਹਨਾਂ ਸਾਰੀਆਂ ਘਟਨਾਵਾਂ ਲਈ ਸ਼ੀਆ ਮਸੰਦ ਨੂੰ ਤਾੜਨਾ ਕੀਤੀ ਔਰ ਅਗਲੇ ਦਿਨ ਉਹ ਕਰਤਾਰਪੁਰ ਲਈ ਰਵਾਨਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਭਾਈ ਮੱਖਣ ਸ਼ਾਹ ਜੀ ਅੰਮ੍ਰਿਤਸਰ ਗਏ। 22 ਨਵੰਬਰ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਵਾਰਕਾਦਾਸ ਅਤੇ ਭਾਈ ਗੜੀਆ ਦੇ ਸੱਦੇ ਦੇ ਜਵਾਬ ਵਿੱਚ ਅੰਮ੍ਰਿਤਸਰ ਲਈ ਰਵਾਨਾ ਹੋਏ। ਭਾਈ ਮੱਖਣ ਸ਼ਾਹ ਦਾ ਕਾਫਲਾ ਨਾਲ ਗਿਆ ਔਰ ਉੱਥੇ ਦਾ ਸਾਰਾ ਪ੍ਰਬੰਧ ਦੀ ਜ਼ਿੰਮੇਵਾਰੀ ਲਈ। ਅੰਮ੍ਰਿਤਸਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਕੀ ਵਾਪਰਿਆ, ਇਸ ਦੇ ਦੋ ਵੱਖ-ਵੱਖ ਜਿਹੜੇ ਹਨ ਸੰਸਕਰਨ ਹਨ।
ਸਰੂਪ ਸਿੰਘ ਕੌਸ਼ਿਕ ਦੁਆਰਾ ਲਿਖਿਆ ਹੈ, ਗੁਰੂ ਕੀਆਂ ਸਾਖੀਆਂ ਵਿੱਚ ਪਟਵਹੀ ਦੇ ਪ੍ਰਮਾਣਾਂ ਅਨੁਸਾਰ ਇਸ ਮੌਕੇ ਕੋਈ ਵੀ ਅੰਸਕਾਵੀ ਘਟਨਾ ਨਹੀਂ ਵਾਪਰੀ ਅਤੇ ਬਾਬਾ ਮਿਹਰਬਾਨ ਦੇ ਪੁੱਤਰ ਅਤੇ ਵਾਰਸ ਹਰੀ ਜੀ ਅਤੇ ਫਿਰ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸੇਵਾਦਾਰ ਉਹਨਾਂ ਦੇ ਪੁੱਤਰ ਕੰਵਲ ਨੈਨੰਦ ਦੇ ਨਾਲ ਸਥਾਨਕ ਸੰਗਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਆ ਕੇ ਮੱਥਾ ਟੇਕਿਆ ਅਤੇ ਨਿੱਜੀ ਤੌਰ ਤੇ ਉਹਨਾਂ ਨੂੰ ਮੰਦਿਰ ਦੇ ਅਹਾਤੇ ਵਿੱਚ ਲੈ ਗਏ। ਪਰ ਡਾਕਟਰ ਤਰਲੋਚਨ ਸਿੰਘ ਜੀ ਦੇ ਅਨੁਸਾਰ ਜਿਵੇਂ ਇਹ ਗੁਰੂ ਜੀ ਅਤੇ ਹੋਰ ਪਵਿੱਤਰ ਸਥਾਨ ਤੇ ਮੱਥਾ ਟੇਕਣ ਲਈ ਦਰਬਾਰ ਸਾਹਿਬ ਪਹੁੰਚੇ, ਉਹਨਾਂ ਨੇ ਦੇਖਿਆ ਕਿ ਪ੍ਰਵੇਸ਼ ਦੁਆਰ ਦਾ ਦਰਵਾਜ਼ਾ ਉਹਨਾਂ ਲਈ ਬੰਦ ਹੈ। ਸਾਰਾ ਅੰਮ੍ਰਿਤਸਰ ਹੁਣ ਹਰੀ ਜੀ ਮੀਨਾ ਮਿਹਰਬਾਨ ਦੇ ਪੁੱਤਰ ਦੇ ਅਧੀਨ ਸੀ। ਮੀਨਾ ਵਾਲਿਆਂ ਦਾ ਹਰਮੰਦਰ ਸਾਹਿਬ ਤੇ ਪੂਰਾ ਕਬਜ਼ਾ ਸੀ ਅਤੇ ਉਹ ਡਰਦੇ ਸਨ ਕਿ ਉਹਨਾਂ ਨੂੰ ਵੀ ਉਸੇ ਤਰ੍ਹਾਂ ਪੰਥ ਚੋਂ ਬਾਹਰ ਕੱਢ ਦਿੱਤਾ ਜਾ ਸਕਦਾ ਹੈ ਜਿਸ ਤਰ੍ਹਾਂ ਧੀਰਮਲ ਨੂੰ ਬਕਾਲੇ ਚੋਂ ਬਾਹਰ ਕੱਢ ਦਿੱਤਾ ਗਿਆ ਹੈ। तो जो डॉक्टर ਤਰਲੋਚਨ ਸਿੰਘ ਜੀ ਨੇ ਲਿਖਿਆ ਹੈ ਉਸ ਨਾਲ ਸਹਿਮਤ ਹਾਂ ਅਸੀਂ ਕਿ ਇਸ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਵਿੱਚ ਹੋਇਆ ਹੈ। ਭਾਈ ਮੱਖਣ ਸ਼ਾਹ ਜੀ ਨੇ ਗੁਰੂ ਜੀ ਨੂੰ ਕਿਹਾ, ਮੈਂ ਤੁਹਾਡੇ ਨਾਲ ਅਜਿਹਾ ਸਲੂਕ ਨਹੀਂ ਕਰਨ ਦਿਆਂਗਾ, ਮੈਨੂੰ ਮਾਲਕ ਉਹਨਾਂ ਨੂੰ ਦਰਵਾਜ਼ੇ ਖੋਲਣ ਲਈ ਮਜਬੂਰ ਕਰਨ ਦੀ ਆਗਿਆ ਦਿਓ। ਗੁਰੂ ਸਾਹਿਬ ਨੇ ਕਿਹਾ, ਨਹੀਂ ਮੱਖਣ ਸ਼ਾਹ, ਅਸੀਂ ਕਦੇ ਬਲ ਨਹੀਂ ਵਰਤਾਂਗੇ। ਉਦੋਂ ਹੀ ਨੇੜੇ ਦਾ ਪਿੰਡ ਵਾਲਾ ਦੀ ਹਰਿਆਣ ਨਾਂ ਦੀ ਕਿਸਾਨ ਔਰਤ ਨੇ ਅੱਗੇ ਵੱਧ ਕੇ ਗੁਰੂ ਜੀ ਨੂੰ ਆਪਣੇ ਨਿਵਾਸ ਸਥਾਨ ਵਿੱਚ ਰਾਤ ਬਿਤਾਉਣ ਲਈ ਬੇਨਤੀ ਕੀਤੀ। ਗੁਰੂ ਜੀ ਉਸ ਵੇਲੇ ਵੱਲੇ ਵਿਖੇ ਮਹਿਮਾਨ ਵਜੋਂ ਰਾਤ ਬਿਤਾਉਣ ਲਈ ਰਾਜੀ ਹੋ ਗਏ ਔਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਠਹਿਰੇ, ਉੱਥੇ ਜਿਹੜਾ ਹੈ ਉਹ ਸਥਾਨ ਹੈ ਜਿੱਥੇ ਇੱਕ ਜਿਹੜਾ ਹੈ ਉਹ ਬਣਿਆ ਹੋਇਆ ਟਿੱਲਾ ਬਣਿਆ ਹੋਇਆ ਹੈ। तो उत्थे गुरु तेग बहादुर साहब जी बाहर थड़े ते ही बैठ गए जिथे हुण गुरुद्वारा बनया। मक्खण शाह तो हुण दरबार साहब जी दाखल होण अते पवित्र अस्थान नूं श्रद्धांजलि देण दा मौका मिलिया। फिर उसने उन्हां औरतां दी मौजूदगी दे विच उन्हां दी निंदा कीती अते नसीहत दित्ती कि जो उन्हां तों सवाल करन लई उत्थे आईयां सन। जदों पुजारियां नूं पता लगा कि उस वेले संबोधन करने वाला व्यक्ति मक्खण शाह सी जिसने धीरमल नूं सख्त सजा दी सी, तां सुचेत हो गए अते उस नूं नाराज करन या विरोध ना करन दा उन्होंने फैसला किया। वो अपनी कार्रवाई का बचाव करन लई जड़े आन लेम एक्सक्यूजिस करने शुरू कर दिते। मक्खण शाह ने उन्होंने समझाया कि किवें उसने सारे धोखेबाजां दी परख कीती सी ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਹੀ ਉੱਤਰਾਧਿਕਾਰੀ ਵਜੋਂ ਸਵੀਕਾਰ ਕੀਤਾ। ਮੱਖਣ ਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਸੰਭਾਲ ਲਵਾਂਗਾ, ਤੁਹਾਨੂੰ ਇੱਥੇ ਅਤੇ ਹੁਣ ਹੀ ਸਬਕ ਸਿਖਾਵਾਂਗਾ, ਪਰ ਗੁਰਦੇਵ ਨੇ ਮੈਨੂੰ ਤੁਹਾਡੇ ਵਰਗੇ ਬਦਨਾਮ ਲੋਕਾਂ ਪ੍ਰਤੀ ਵੀ ਸਹਿਨਸ਼ੀਲ ਹੋਣ ਦਾ ਹੁਕਮ ਦਿੱਤਾ ਹੈ। ਅਗਲੇ ਦਿਨ ਗੁਰੂ ਸਾਹਿਬਾਨ ਨੇ ਮਾਤਾ ਹਰਿਆਣ ਦਾ ਧੰਨਵਾਦ ਕੀਤਾ ਅਤੇ ਦਰਬਾਰ ਸਾਹਿਬ ਆਏ ਜਿੱਥੇ ਪੁਜਾਰੀਆਂ ਨੇ ਗੁਰੂ ਸਾਹਿਬ ਜੀ ਤੋਂ ਰਸਮੀ ਮਾਫੀ ਮੰਗੀ। ਪਵਿੱਤਰ ਅਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਗੋਇੰਦਵਾਲ ਚਲੇ ਗਏ ਤੇ ਗੋਇੰਦਵਾਲ ਤੋਂ ਗੁਰੂ ਜੀ ਮੱਖਣ ਸ਼ਾਹ, ਮਤੀ ਦਾਸ ਅਤੇ ਦਿਆਲ ਦਾਸ ਘੋੜਿਆਂ ਦੀ ਪਿੱਠ ਤੇ ਸਵਾਰ ਹੋ ਕੇ ਸਾਰਿਆਂ ਤੋਂ ਅੱਗੇ ਹੋ ਗਏ ਅਤੇ ਕਿਰਪਾਲ ਚੰਦ ਦੀ ਦੇਖ ਰੇਖ ਇੱਕ ਵੱਡੇ ਕਾਫਲੇ ਦਾ ਜਿਹੜਾ ਹੈ ਉਹਨਾਂ ਨੇ ਰਸਤਾ ਬਣਾਇਆ। ਹੁਣ ਕੀਰਤਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਾਰੇ ਸਿੱਖ ਸੇਵਕ ਸਨ। ਉਹ ਮਾਰਚ 1665 ਵਿੱਚ ਕੀਰਤਪੁਰ ਸਾਹਿਬ ਪਹੁੰਚੇ। ਬਹੁਤ ਸਾਰੇ ਪ੍ਰਸਿੱਧ ਸੈਲਾਨੀ ਜਿਹੜੇ ਸਨ ਉਹ ਗੁਰੂ ਸਾਹਿਬ ਜੀ ਨੂੰ ਦਰਸ਼ਨ ਔਰ ਸ਼ਰਧਾਂਜਲੀ ਦੇਣ ਲਈ ਆਏ ਸਨ। ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਪਤਨੀ ਰਾਣੀ ਜਲਾਲ ਦੇਵੀ ਨੇ ਗੁਰੂ ਦੇ ਨਿਵਾਸ ਲਈ ਨਵਾਂ ਸ਼ਹਿਰ ਬਣਾਉਣ ਲਈ ਕਾਫੀ ਰਕਮ ਅਤੇ ਜ਼ਮੀਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਜ਼ਮੀਨ ਨੂੰ ਤੋਹਫੇ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਕੀਰਤਪੁਰ ਦੇ ਆਸ-ਪਾਸ ਇਸ ਨੂੰ ਵਾਜਬ ਭੁਗਤਾਨ ਤੇ ਖਰੀਦਣ ਲਈ ਸਹਿਮਤ ਹੋ ਗਏ। ਮੱਖਣ ਸ਼ਾਹ ਨੇ ਅਦਾਇਗੀ ਵਿੱਚ ਕਾਫੀ ਯੋਗਦਾਨ ਪਾਇਆ ਸੀ। ਇੱਕ ਪੁਰਾਣਾ ਪਿੰਡ ਮਾਖੋਵਾਲ 8 ਕਿਲੋਮੀਟਰ ਕੀਰਤਪੁਰ ਤੋਂ ਦੂਰ ਨਵੇਂ ਸ਼ਹਿਰ ਲਈ ਜਗ੍ਹਾ ਵਜੋਂ ਚੁਣਿਆ ਗਿਆ, ਜਿਸ ਨੂੰ ਪਹਿਲਾਂ ਨਾਨਕੀ ਚੱਕ ਕਿਹਾ ਜਾਂਦਾ ਸੀ ਅਤੇ ਇਸ ਤੋਂ ਬਾਅਦ ਵਿੱਚ ਇਸ ਦਾ ਨਾਮ ਅਨੰਦਪੁਰ ਸਾਹਿਬ ਜਿਹੜਾ ਰੱਖਿਆ ਗਿਆ।
और इत्थे मठौर और लोधीपुर के जिहड़े पिंड हैं वो भी शामिल किए गए। आनंदपुर साहब के मौजूदा स्थान की प्रोसैसिंग विच मक्खन शाह लबाना जी और किरपाल चंद जी का वड्डा योगदान जिक्रयोग है। किरपाल चंद और मक्खन शाह की जमीनी कार्रवाई दौरान सरगर्म भागीदारी सी। गुरु साहब तो विछोड़ा, जिवें ही बरसात का मौसम खत्म हो गया ਅਤੇ अपने ਵਪਾਰਕ ਕਮਿਟਮੈਂਟਸ ਨੂੰ पूरा ਕਰਨ ਦਾ ਸਮਾਂ ਆ ਗਿਆ, ਭਾਰੀ ਮਨ ਨਾਲ ਉਸਨੇ ਆਪਣੇ ਆਦਮੀ ਨੂੰ ਜਾਣ ਲਈ ਹੋਣ ਲਈ ਕਿਹਾ, ਤਿਆਰ ਹੋਣ ਲਈ ਕਿਹਾ। ਉਸਨੇ ਅਸੀਸਾਂ ਲਈਆਂ, ਪਵਿੱਤਰ ਮਾਤਾ ਨਾਨਕੀ ਦੇ ਦਰਸ਼ਨ ਕੀਤੇ। ਪਵਿੱਤਰ ਮਾਤਾ ਨੇ ਕਿਹਾ, ਮੱਖਣ ਸ਼ਾਹ ਮੇਰੇ ਪਿਆਰੇ ਬੱਚੇ, ਤੁਸੀਂ ਜੋ ਸੇਵਾ ਨਿਭਾਈਆਂ ਹਨ ਉਹ ਆਉਣ ਵਾਲੇ ਸਮੇਂ ਲਈ ਯਾਦ ਰਹਿਣਗੀਆਂ। ਤੁਸੀਂ ਮੇਰੇ ਲਈ ਮੇਰੇ ਪੁੱਤਰ ਵਾਂਗ ਪਿਆਰੇ ਹੋਵੋਗੇ। ਜਿੱਥੇ ਵੀ ਤੁਸੀਂ ਮੇਰੇ ਆਸ਼ੀਰਵਾਦ ਪ੍ਰਾਪਤ ਕਰੋਗੇ, ਜਿੱਥੇ ਵੀ ਤੁਸੀਂ ਹੋਵੋਗੇ, ਹਮੇਸ਼ਾ ਤੁਹਾਡੇ ਨਾਲ ਰਹੇ। ਅਕਾਲ ਪੁਰਖ ਫਿਰ ਉਹ ਬ੍ਰਹਮ ਪ੍ਰਤੀ ਸ਼ਰਧਾ ਨਾਲ ਚੜ੍ਹਿਆ। ਮਾਤਾ ਗੁਜਰ ਕੌਰ ਜੀ ਨੇ ਪਿਆਰ ਨਾਲ ਕਿਹਾ ਕਿ ਤੁਸੀਂ ਸਾਨੂੰ ਇੰਨੀ ਜਲਦੀ ਛੱਡ ਜਾਓਗੇ ਭਾਈ ਮੱਖਣ ਸ਼ਾਹ ਜੀ, ਤੁਹਾਡੇ ਬਿਨਾ ਗੁਰੂ ਦਰਬਾਰ ਵਿੱਚ ਆਪ ਜੀ ਦੀ ਹਾਜ਼ਰੀ ਕਿਵੇਂ ਲੱਗੇਗੀ। ਮੱਖਣ ਸ਼ਾਹ ਫਿਰ ਗੁਰੂ ਜੀ ਕੋਲ ਗਏ, ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਲਵਿਦਾ ਕਹਿਣ ਲਈ ਦਰਬਾਰ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਖੜੇ ਹੋਏ, ਜਿਨ੍ਹਾਂ ਨੇ ਉਹਨਾਂ ਨੂੰ ਬਹੁਤ ਮਹਿੰਗੀ ਬਸਤਰ ਅਤੇ ਸਨਮਾਨ ਪ੍ਰਦਾਨ ਕੀਤੇ ਅਤੇ ਉਹਨਾਂ ਨੂੰ ਰੱਬੀ ਕਿਰਪਾ ਬਖਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਅਤੇ ਵਫਾਦਾਰ ਸ਼ਰਧਾਲੂ ਹੋ। ਜਨਮ ਮਰਨ ਦਾ ਬੰਧਨ ਟੁੱਟ ਗਿਆ। ਮੱਖਣ ਸ਼ਾਹ ਨੇ ਮੱਥਾ ਟੇਕਿਆ ਅਤੇ ਆਪਣਾ ਸੀਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਕਮਲਾਂ ਤੇ ਰੱਖਿਆ। ਮਾਸਟਰ ਨੇ ਗੁਰੂ ਸਾਹਿਬ ਨੇ ਉਸ ਨੂੰ ਕੋਮਲ ਪਿਆਰ ਨਾਲ ਅਸੀਸ ਦਿੱਤੀ ਅਤੇ ਉਸ ਦੇ ਵਿਛੋੜੇ ਨੂੰ ਦੁਖਦਾਈ ਨਾ ਬਣਾਉਣ ਦੀ ਤਾਕੀਦ ਕੀਤੀ। ਗੁਰੂ ਵੱਲ ਪਿੱਠ ਨਾ ਮੋੜੇ, ਉਹ ਦਰਬਾਰ ਤੋਂ ਬਾਹਰ ਆ ਗਿਆ ਅਤੇ ਆਪਣੇ ਆਦਮੀਆਂ ਦੇ ਕਾਫਲੇ ਅਤੇ ਮਸ਼ੀਨਰੀ ਸਮੇਤ ਆਪਣੇ ਮੰਜ਼ਿਲ ਵੱਲ ਰਵਾਨਾ ਹੋ ਗਿਆ। ਗੁਰੂ ਜੀ ਨੇ ਉਸ ਨੂੰ ਕੋਮਲ ਪਿਆਰ ਨਾਲ ਅਸੀਸ ਦਿੱਤੀ ਅਤੇ ਉਸ ਦੇ ਵਿਛੋੜੇ ਨੂੰ ਜਿਹੜਾ ਹੈ ਨਾ ਦੁਖਦਾਈ ਬਣਾਉਣ ਦੀ ਸੰਗਤਾਂ ਨੂੰ ਅਪੀਲ ਕੀਤੀ। ਉਹ ਇਸ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਭਾਈ ਮੱਖਣ ਸ਼ਾਹ ਨੇ ਗੁਰੂਆਂ ਨੂੰ ਕਿਹਾ ਸੀਗਾ ਕਿ ਵਪਾਰ ਦੇ ਨਾਲ ਨਾਲ ਉਹਨਾਂ ਦਾ ਸਿੱਖੀ ਦਾ ਵੀ ਪ੍ਰਚਾਰ ਉਹਨਾਂ ਨੇ ਕਰਨਾ ਹੈ। ਪੰਜਾਬ ਦੇ ਉੱਤਰ ਪੱਛਮੀ ਖੇਤਰ ਵਿੱਚ ਉਸਨੇ ਸਿੱਖੀ ਦਾ ਪ੍ਰਚਾਰ ਕੀਤਾ। ਅੰਤ ਵਿੱਚ ਉਹ ਸਿਰਫ ਦਿੱਲੀ, ਕਸ਼ਮੀਰ ਅਤੇ ਸਿਆਲਕੋਟ ਵਿੱਚ ਘੁੰਮਦਾ ਰਿਹਾ। ਸਿਆਲਕੋਟ ਵਿੱਚ ਉਸਨੇ ਜ਼ਿਲ੍ਹਾ ਸਿਆਲਕੋਟ ਦੇ ਹਰਪਾਲ ਨਗਰ ਵਿੱਚ ਡੇਰਾ ਬਣਾਇਆ। ਭਾਈ ਮੱਖਣ ਸ਼ਾਹ ਦੀ ਅਕਾਲ ਚਲਾਣਾ 1674 1731 ਬਿਕਰਮੀ ਨੂੰ ਪਿੰਡ ਵਿਖੇ ਹੋਈ। ਰਾਜਾ ਹਰਪਾਲ ਸਿਆਲਕੋਟ ਲਾਬਨ ਇਤਿਹਾਸ ਦੇ ਗਿਆਨੀ ਲਬਾਣਾ ਇਤਿਹਾਸ ਦੇ ਗਿਆਨੀ ਹਰਨਾਮ ਸਿੰਘ ਦੁਆਰਾ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੌਤ 1718 ਵਿੱਚ ਵਿਜੇ ਨਗਰ ਵਿੱਚ ਹੋਈ ਸੀ, ਪਰ ਇਹ ਸੱਚ ਨਹੀਂ ਜਾਪਦਾ। ਜਦੋਂ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਲਾਲ ਚੰਦ ਜੀ ਛੱਡ ਗਏ ਸੀ। ਬਾਬਾ ਮੱਖਣ ਸ਼ਾਹ ਲਬਾਣਾ ਨੇ ਇਤਿਹਾਸਕ ਸਿੱਖ ਇਤਿਹਾਸ ਦੇ ਪੜਾਅ ਤੇ ਵਿਸ਼ਵਾਸ ਦੇ ਰਾਖੇ, ਸੱਚ ਦੇ ਚੈਂਪੀਅਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟਾਵੇ ਵਜੋਂ ਦਬਦਬਾ ਬਣਾਇਆ। ਉਹ ਧੋਖੇਬਾਜ਼ਾਂ ਲਈ ਇੱਕ ਦਹਿਸ਼ਤ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਝੂਠ ਦੇ ਵਿਰੁੱਧ ਅੰਤਕ ਲੜਾਕੂ ਸਨ। ਮੱਖਣ ਸ਼ਾਹ ਜੀ ਇੱਕ ਵਿਹਾਰਕ ਆਤਮਾ, ਸ਼ਕਤੀਸ਼ਾਲੀ ਅਤੇ ਕਾਰਜ ਵਿੱਚ ਪ੍ਰਭਾਵਸ਼ਾਲੀ, ਮਿਹਨਤੀ ਕੰਮਾਂ ਨੂੰ ਸੰਭਾਲਣ ਦੇ ਯੋਗ, ਸੰਗਠਨ ਅਤੇ ਆਪਣੇ ਪਿਆਰੇ ਮਾਲਕ ਦੀ ਮਹਿਮਾ ਅਤੇ ਮਹਾਨਤਾ ਨੂੰ ਕਾਇਮ ਰੱਖਣ ਅਤੇ ਪ੍ਰਗਟ ਕਰਨ ਦੀ ਹਮੇਸ਼ਾ ਬੇਸਬਰੀ ਨਾਲ ਧੀਰਜ ਰੱਖਣ ਵਾਲੇ ਸਨ। ਉਹਨਾਂ ਨੇ ਆਪਣੇ ਵਿਸ਼ਵਾਸ ਵਿੱਚ ਨਿਰਣਾਇਕ ਅਤੇ ਸਮਝੌਤਾਵਾਦੀ ਜਿਹੜੀ ਹੈ ਬਿਰਤੀ ਜਿਹੜੀ ਹੈ ਉਹ ਰੱਖੀ। ਦ੍ਰਿਸ਼ਟੀ ਵਿੱਚ ਪ੍ਰੇਰਿਤ ਅਤੇ ਰਚਨਾਤਮਕ ਸਨ। ਉਹ ਆਪਣੇ ਗੁਰੂ ਅੱਗੇ ਨਿਮਰ ਝੁਕਦੇ ਸਨ। ਉਸਨੇ ਆਪਣਾ ਸਾਰਾ ਸਮਾਂ, ਧਨ ਅਤੇ ਸ਼ਕਤੀ ਗੁਰੂ ਦੀ ਅਗਵਾਈ ਅਤੇ ਪ੍ਰੇਰਨਾ ਅਧੀਨ ਖਰਚ ਕੀਤੀ। ਮਨੁੱਖਤਾ ਨੂੰ ਤੰਗ ਕਰਨ ਅਤੇ ਦੁਖੀ ਕਰਨ ਦੀ ਸਰੀਰਕ, ਮਾਨਸਿਕ ਅਤੇ ਅਧਿਆਤਮਕ ਭੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਤੋ ਇਹ ਅੱਜ ਅਸੀਂ ਸਿੱਖ ਧਰਮ ਦੇ ਇੱਕ ਮਹਾਨ
ਗੁਰਸਿੱਖ ਬਾਬਾ ਮੱਖਣ ਸ਼ਾਹ ਜੀ ਲਬਾਣਾ ਦੇ ਜੀਵਨ ਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ। ਵਿਚਾਰ ਕਰਦਿਆਂ ਹੋਇਆ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਮਾਫ ਕਰਨਾ, ਅੱਗੋਂ ਤੋਂ ਸੀਸ ਦੇਣਾ। ਇਸੇ ਤਰ੍ਹਾਂ ਆਪ ਜੀ ਦੀ ਸੇਵਾ ਕਰਦਾ ਰਹਾਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।